हाँ जी साथियों सत श्री अकाल सारिਆਂ ਨੂੰ। मैं ਤੁਹਾਡਾ अपना हीरा सिंह तूत। ਅੱਜ ਅਸੀਂ ਪਹੁੰਚੇ ਹਾਂ सरदार जगतार सिंह सोखी जी के घर। ਉਹਨਾਂ ਦੀਆਂ ਜਿਹੜੀਆਂ ਪ੍ਰਾਪਤੀਆਂ ਹੈਗੀਆਂ, ਭਾਵੇਂ ਉਹ ਸਾਹਿਤ ਦੇ ਖੇਤਰ 'ਚ ਹੈ, ਭਾਵੇਂ ਉਹ ਸੁੰਦਰ ਲਿਖਾਈ ਦੇ ਖੇਤਰ 'ਚ ਹੈ, ਭਾਵੇਂ ਉਹ ਚਿੱਤਰਕਾਰੀ ਦੇ ਖੇਤਰ 'ਚ ਹੈ। ਅੱਜ ਅਸੀਂ ਉਹਨਾਂ ਨਾਲ ਕੁਝ ਗੱਲਾਂ ਕਰਾਂਗੇ, ਉਹਨਾਂ ਦੇ ਤਜਰਬਿਆਂ ਦੀਆਂ, ਉਹਨਾਂ ਨੇ ਕਲਾ ਦੇ ਖੇਤਰ ਵਿੱਚ ਕੀ ਕੀ ਕਾਰਜ ਕੀਤੇ ਹੈ। ਸਭ ਤੋਂ ਪਹਿਲਾਂ ਅਸੀਂ ਧੰਨਵਾਦ ਕਰਦੇ ਹਾਂ ਸੋਖੀ ਸਾਹਿਬ ਜੀ, ਜਿਨ੍ਹਾਂ ਨੇ ਸਾਨੂੰ मौका दिता कि असीं लोगों के अगे तुहानूं रूबरू कर सकीए। ਤੁਹਾਡਾ बहुत बहुत धन्यवाद। सारिਆਂ ਨੂੰ सत श्री अकाल जी। हाँ जी सोखी साहब, पहला तो तुसीं एक अध्यापक के तौर पर विचर रहे हो और होर भी बहुत सारे काज तुसीं लभे हो या पता नहीं की करते रहने आ, हौली हौली बाहर आ रहे हैं। तो सब तो पहला सत श्री अकाल। तो एक ਤੁਹਾਨੂੰ ਅਸੀਂ ਕੁਝ ਸਵਾਲ ਜਵਾਬ ਕਰਾਂਗੇ, ਉਹਦੇ ਬਾਰੇ ਸਾਨੂੰ ਤੁਸੀਂ ਆਪਣੇ ਵਿਚਾਰ ਦੱਸਣਾ ਜੀ। ਹਾਂਜੀ ਸੋਖੀ ਜੀ, ਸਾਡੇ ਪਾਠਕ ਜਿਹੜੇ ਹੈਗੇ ਆ ਆਪਦੇ ਬਚਪਨ ਅਤੇ ਪੜ੍ਹਾਈ ਬਾਰੇ ਜਾਣਨ ਦੇ ਇੱਛੁਕ ਹੈ। ਕਿੱਥੋਂ ਤੁਸੀਂ ਪੜ੍ਹਾਈ ਹਾਸਲ ਕੀਤੀ ਤੇ ਅੱਜ ਕੱਲ੍ਹ ਕੀ ਕਰ ਰਹੇ ਹੋ ਤੁਸੀਂ? ਮੇਰਾ ਜੱਦੀ ਪਿੰਡ ਹੈ ਭੋਲੂ ਵਾਲਾ ਜੀ, ਜੋ ਤਲਵੰਡੀ ਭਾਈ ਦੇ ਨਾਲ ਹੈ। ਅੱਛਾ ਜੀ। ਹੁਣ ਮੇਰੀ ਰਿਹਾਇਸ਼ ਮੁੱਦਕੀ ਵਿਖੇ ਹੈ। ਬਚਪਨ ਦੀ ਪੜ੍ਹਾਈ ਜਿਹੜੀ ਹੈ मैं सरकारी हाई स्कूल तुमड़भन तो की थी। उस तो बाद खालसा स्कूल महिंद्रा खालसा सीनियर सैकेंडरी स्कूल मोगा तो पढ़िया। पढ़न तो बाद मैं कोई समा मिला रहा, पिंडा के माहौल अजिहे सी। फिर मैं ITI फिरोजपुर तो की। ITI करने दौरान मैं नाल काम भी सीखता रहा, बिजली का काम सीखा, थोड़ा देर कीता जी। इस समय दौरान ही मैं PTT का जो पहला कोर्स शुरू होया सी, उसका इंट्रेंस टैसट होया, तो पहले बैच का मैंने मान हासिल है कि मैं उसका विद्यार्थी बना। वो टैसट पास करके मैं जिला सिक्ख्या सिखाई संस्था जलालाबाद उत्थे मैं PTT ਦੇ ਵਿੱਚ ਦਾਖਲਾ ਲਿਆ ਤੇ ਅਧਿਆਪਕ ਬਣਨ ਵਾਲਾ ਇਹ ਮੇਰਾ ਪਹਿਲਾ ਸਫ਼ਰ ਸੀ। ਹਾਂਜੀ ਸੋਖੀ ਸਾਹਿਬ ਜੀ, ਬਹੁਤ ਸਾਰੀਆਂ ਤੁਹਾਡੀਆਂ ਜਿਹੜੀਆਂ ਡਿਪਾਰਟਮੈਂਟ ਵੱਲੋਂ ਕੁਝ ਪੁਸਤਕਾਂ ਛਪਦੀਆਂ ਰਹਿੰਦੀਆਂ, ਉਹਨਾਂ ਦੇ ਉੱਪਰ ਤੁਹਾਡੀ ਚਿੱਤਰਕਾਰੀ ਆਮ ਅਸੀਂ ਦੇਖਦੇ ਹਾਂ। ਤਾਂ ਚਿੱਤਰਕਾਰੀ ਬਾਰੇ ਦੇ ਸਾਨੂੰ ਤੁਸੀਂ ਦੱਸੋ ਵੀ ਕਿਵੇਂ ਤੁਹਾਨੂੰ ਸ਼ੌਂਕ ਜਾਗਿਆ? ਕਲਮ ਬੁਰਸ਼ ਦਾ ਕੈਨਵਸ ਦਾ ਤਾਂ ਬਹੁਤ ਸੋਹਣੀ ਤੁਹਾਡੀਆਂ ਹੁੰਦੀਆਂ ਤਸਵੀਰਾਂ। ਚਿੱਤਰਕਾਰ ਬਾਰੇ ਸਾਨੂੰ ਤੁਸੀਂ ਦੋ ਚਾਰ ਸ਼ਬਦ ਦੱਸੋ ਕਿ ਕਿੱਥੋਂ ਤੁਹਾਨੂੰ ਸ਼ੌਂਕ ਪੈਦਾ ਹੋਇਆ? ਬਚਪਨ ਦੇ ਵਿੱਚ ਹਰ ਬੱਚਾ ਕੁਝ ਨਾ ਕੁਝ ਦੇਖਦਾ ਸਿੱਖਦਾ ਜੀ। ਨਕਲ ਕਰਨਾ ਹਰ ਬੱਚੇ ਦੀ ਆਦਤ ਹੁੰਦੀ ਜੀ। ਮੈਂ ਵੀ ਕੱਚੇ ਘਰਾਂ ਦੇ ਉੱਤੇ ਕੌਲਿਆਂ 'ਤੇ ਬਣੇ ਮੋਰ ਘੁੱਗੀਆਂ ਨੂੰ ਦੇਖਣੀਆਂ ਤਾਂ ਮੇਰੇ ਮਨ ਵਿੱਚ ਵੀ ਚਿੱਤਰਕਾਰੀ ਦਾ ਸ਼ੌਂਕ ਹੋਇਆ ਕਿ ਮੈਂ ਇਸ ਤਰ੍ਹਾਂ ਤਸਵੀਰਾਂ ਬਣਾਵਾਂ। ਜਦੋਂ ਛੋਟੇ ਹੁੰਦੇ ਜਦੋਂ ਪੋਸਟਰ ਆਉਂਦੇ ਹੁੰਦੇ ਸੀ ਮੇਲਿਆਂ ਵਿੱਚ, ਉਹਨਾਂ ਪੋਸਟਰਾਂ ਦੇ ਗੁਰੂ ਸਾਹਿਬਾਨ ਦੇ, ਚੰਦਰ ਸ਼ੇਖਰ ਆਜ਼ਾਦ, ਭਗਤ ਸਿੰਘ, ਇਹਨਾਂ ਦੇ ਤਸਵੀਰਾਂ ਹੁੰਦੀਆਂ। ਉਹਨਾਂ ਨੂੰ ਟਰੇਸ ਕਰਕੇ ਛੋਟੇ ਹੁੰਦੇ ਆਉਣਾ 6ਵੀਂ 7ਵੀਂ, ਫਿਰ ਚੰਗੇ ਉਸਤਾਦ ਮਿਲਣ ਦੇ ਨਾਲ, ਅਧਿਆਪਕ ਚੰਗੇ ਮਿਲਣ ਦੇ ਨਾਲ 10ਵੀਂ ਤੱਕ ਮੇਰੀ ਜਿਹੜੀ ਆ ਡਰਾਇੰਗ ਦੇ ਵਿੱਚ ਨਿਖਾਰ ਆ ਗਿਆ। ITI ਦੇ ਵਿੱਚ ਸਕੇਲ ਡਰਾਇੰਗ ਸੀ ਤਾਂ ਉਸ ਸਮੇਂ ਲਾਈਨਾਂ 'ਤੇ ਲਕੀਰਾਂ 'ਤੇ ਹੱਥ ਚੱਲਿਆ। PTT ਕਰਦਿਆਂ ਹੋਇਆਂ ਸਾਰੀ ਜਮਾਤ ਦੀਆਂ ਪ੍ਰੈਕਟੀਕਲਾਂ ਬਣਾਉਣੀਆਂ, ਫਾਈਲਾਂ ਬਣਾਉਣੀਆਂ, ਇਸ ਤਰ੍ਹਾਂ ਅਭਿਆਸ ਜਿਹੜਾ ਹੁੰਦਾ ਰਿਹਾ। ਉਹਨਾਂ ਦੇ ਕੰਮ ਕਰਦਿਆਂ ਆਪਦੇ ਸਾਥੀਆਂ ਦੀਆਂ ਇਹਨਾਂ ਚੀਜ਼ਾਂ ਨੂੰ ਪੂਰੇ ਕਰਦਿਆਂ ਹੋਇਆਂ ਮੇਰੇ ਹੱਥ ਕੁਦਰਤੀ ਤੌਰ 'ਤੇ ਚਿੱਤਰਕਾਰੀ ਵੱਲ ਵੱਧਦੇ ਗਏ। ਰੇਖਾ ਚਿੱਤਰ ਜਿਹਨੂੰ ਅਸੀਂ ਪੈਨਸਲ ਦੇ ਨਾਲ ਕਹਿ ਦਿੰਦੇ ਹਾਂ, ਬਣਾਉਂਦੇ ਰਹੇ ਹਾਂ। ਇਹੋ ਜਿਹੀਆਂ ਅਧਿਆਪਕ ਦੀਆਂ ਤਸਵੀਰਾਂ ਬਣਾ ਲੈਣੀਆਂ, ਬੱਚਿਆਂ ਦੀਆਂ ਆਪਦੇ ਨਾਲ ਸਾਥੀਆਂ ਤਸਵੀਰਾਂ ਬਣਾ ਲੈਣੀਆਂ। ਹੌਲੀ ਹੌਲੀ ਇਸ ਪਾਸੇ ਵੱਲ ਮੁੜਦਾ ਗਿਆ, ਪਰ ਮੈਂ ਪ੍ਰਪੱਕ ਤੌਰ 'ਤੇ ਨਹੀਂ ਸੀ, ਕਿਉਂਕਿ ਸਾਡੇ ਇਲਾਕੇ ਦੇ ਵਿੱਚ ਇਹ ਇੱਕ ਵੱਡੀ ਘਾਟ ਹੈ ਕਿ ਸਾਨੂੰ ਕੋਈ ਆਰਟ ਦਾ, ਕਲਾ ਦਾ ਉਸਤਾਦ ਮਿਲ ਜਾਂਦਾ। ਫਿਰੋਜ਼ਪੁਰ ਜ਼ਿਲ੍ਹਾ ਸਾਡਾ ਤਕਰੀਬਨ ਸਰਹੱਦ 'ਤੇ ਹੋਣ ਕਰਕੇ ਪਛੜਿਆ ਗਿਣਿਆ ਜਾਂਦਾ, ਸਿੱਖਿਆ ਦੇ ਖੇਤਰ ਵਿੱਚ ਵੀ ਅਤੇ ਕਲਾ ਦੇ ਖੇਤਰ ਵਿੱਚ ਤਾਂ ਹਜੇ ਬਹੁਤ ਪਿੱਛੇ। ਇਸ ਕਰਕੇ ਮੈਨੂੰ ਇਹ ਸਾਰੀ ਉਮਰ ਘਾਟ ਰੱਖਦੀ ਰਹੇਗੀ। ਫਿਰ ਵੀ ਮੈਂ ਜਿੱਥੋਂ ਵੀ ਕੁਝ ਮਿਲਦਾ ਹੋਇਆ ਉੱਥੋਂ ਸਿੱਖਦਾ ਹੁੰਦਾ। BEd ਕਰਦਿਆਂ ਯੂਨੀਵਰਸਿਟੀ ਦੇ ਵਿੱਚ, ਪਟਿਆਲਾ ਯੂਨੀਵਰਸਿਟੀ ਦੇ ਵਿੱਚ, ਜਦੋਂ ਮੈਂ ਪੰਜਾਬੀ ਯੂਨੀਵਰਸਿਟੀ ਦੇ ਵਿੱਚ BEd ਕੀਤੀ ਹੈ, ਤਾਂ ਉਸ ਸਮੇਂ ਉੱਥੇ ਰਹਿੰਦਿਆਂ ਹੋਇਆਂ ਵੀ ਮੈਨੂੰ ਕੁਝ ਕਲਾਵਾਨ ਬੰਦੇ ਮਿਲੇ। ਉਹਨਾਂ ਨੇ ਜਦੋਂ ਆਪਣੀਆਂ ਪੇਂਟਿੰਗਾਂ ਵਾਹੁਣੀਆਂ ਤਾਂ ਮੈਂ ਉਹਨਾਂ ਵੱਲ ਦੇਖਦਾ ਰਹਿਣਾ। ਦੇਖਦਿਆਂ ਦੇਖਦਿਆਂ ਹੌਲੀ ਹੌਲੀ ਮੈਂ ਸਿੱਖਦਾ ਗਿਆ।
ਤੇ ਜਿਹੜੀ ਹੁਣ ਪ੍ਰਭਾਵਤਾ ਆਪਾਂ ਕਹਿ ਸਕਦੇ ਹਾਂ ਕੰਮ ਦੇ ਵਿੱਚ ਹਜੇ ਪ੍ਰਭਾਵਤਾ ਮੈਂ ਨਹੀਂ ਮੰਨਦਾ, ਕਿਉਂਕਿ ਕਲਾ ਦਾ ਖੇਤਰ ਬਹੁਤ ਅਸੀਮ ਹੈ, ਬਹੁਤ ਵੱਡਾ ਸਮੁੰਦਰ ਹੈ। ਪਰ ਜਿੰਨਾ ਕੁ ਮੈਨੂੰ ਮਾਣ ਹਾਸਲ ਹੋਇਆ ਇਹਦੇ ਵਿੱਚ ਮੈਂ ਆਪਣੇ ਅਭਿਆਸ ਨੂੰ ਤੇ ਆਪਣੇ ਚਾਹੁਣ ਵਾਲਿਆਂ ਦੀ ਹੱਲਾਸ਼ੇਰੀ ਨੂੰ ਸਭ ਤੋਂ ਵੱਧ ਥਾਂ ਦਿੰਦਾ। ਹਾਂਜੀ, ਤੁਸੀਂ ਇੱਕ ਅਧਿਆਪਕ ਦੇ ਤੌਰ ਤੇ ਕੰਮ ਕਰ ਰਹੇ ਹੋ ਔਰ ਸਾਨੂੰ ਪਤਾ ਕਿ ਤੁਸੀਂ ਪੰਜਾਬੀ ਅਧਿਆਪਕ ਦੇ ਤੌਰ ਤੇ ਕੰਮ ਕਰ ਰਹੇ ਹੋ, ਤਾਂ ਕਿਵੇਂ ਤੁਹਾਨੂੰ ਮਹਿਸੂਸ ਹੁੰਦਾ ਕਿ ਤੁਸੀਂ ਪੰਜਾਬੀ ਅਧਿਆਪਕ ਬਣੇ? ਤਾਂ ਕਿਸ ਤਰ੍ਹਾਂ ਤੁਸੀਂ ਮਾਣ ਮਹਿਸੂਸ ਕਰਦੇ ਆ ਕਿ ਮੈਂ ਪੰਜਾਬੀ ਦਾ ਅਧਿਆਪਕ? ਬਚਪਨ ਦੇ ਵਿੱਚ ਜਦੋਂ ਲਾਇਬ੍ਰੇਰੀ ਦੇ ਵਿੱਚੋਂ ਕਿਤਾਬਾਂ ਪੜ੍ਹਨੀਆਂ ਤਾਂ ਪੰਜਾਬੀ ਵਾਲਾ ਮੇਰਾ ਬੜਾ ਸ਼ੌਕ ਸੀ। ਮੈਂ 10ਵੀਂ ਤੱਕ ਬਹੁਤ ਸਾਰੇ ਮਹਾਨ ਲੇਖਕਾਂ ਦੀਆਂ ਰਚਨਾਵਾਂ ਨੂੰ ਪੜ੍ਹਦਿਆ ਸੀ, ਤਾਂ ਮੇਰੇ ਮਨ ਅੰਦਰ ਵੀ ਅਜਿਹੇ ਸ਼ੌਂਕ ਆਏ ਕਿ ਮੈਂ ਪੰਜਾਬੀ ਦੇ ਇਸ ਗਿਆਨ ਨੂੰ ਹਾਸਲ ਕਰਾਂ। ਇਹ ਵਸੀਹ ਗਿਆਨ ਹੈ, ਬਹੁਤ ਵੱਡਾ ਗਿਆਨ ਹੈ, ਲਾਇਬ੍ਰੇਰੀਆਂ 'ਚ ਮਿਲਦਾ। ਤਾਂ ਇਹ ਸ਼ੌਂਕ ਨੂੰ ਪੂਰਾ ਕਰਨ ਦੇ ਲਈ ਮੈਨੂੰ ਪੰਜਾਬੀ ਵੱਲ ਮੁੜਨਾ ਪਿਆ ਸੀ। ETT ਅਧਿਆਪਕ ਹੁੰਦਿਆਂ ਮੈਂ ਬੱਚਿਆਂ ਵਿੱਚ ਪੰਜਾਬੀ ਸ਼ਬਦ ਜੋੜਾਂ ਤੇ ਸੁੰਦਰ ਲਿਖਾਈ ਵੱਲ ਵਿਸ਼ੇਸ਼ ਧਿਆਨ ਦੇਣ ਦੀ ਕੋਸ਼ਿਸ਼ ਕੀਤੀ। ਜਿਵੇਂ ਮੈਂ ਪੰਜਾਬੀ ਮਾਸਟਰ ਬਣਿਆ 2006 ਦੇ ਵਿੱਚ ਮੈਂ ਵਿਭਾਗੀ ਤਰੱਕੀ ਰਾਹੀਂ ਇੱਧਰ ਆਇਆ, ਤਾਂ ਮੈਂ ਆਪਣੇ ਆਪ ਨੂੰ ਬੜਾ ਮਾਣ ਮਹਿਸੂਸ ਕੀਤਾ ਕਿ ਮੈਂ ਆਪਣੀ ਮਾਤ ਭਾਸ਼ਾ ਦਾ ਸੇਵਕ ਬਣ ਕੇ ਉਭਰਾਂਗਾ। ਇੱਕ ਮਾਸਟਰ ਜਾਂ ਅਧਿਆਪਕ ਹੋਣ ਨਾਲੋਂ ਮੈਂ ਅਜੇ ਸਿਖਾਂਦਰੂ ਜਾਂ ਇੱਕ ਵਿਦਿਆਰਥੀ ਸਿਖਿਆਰਥੀ ਹੀ ਮੰਨਦਾ ਹਾਂ ਆਪਣੇ ਆਪ ਨੂੰ, ਕਿਉਂਕਿ ਭਾਸ਼ਾ ਨੂੰ ਸਿੱਖਣਾ ਤੇ ਉਸ ਨੂੰ ਅੱਗੇ ਫੈਲਾਉਣ ਵਾਸਤੇ ਸਾਡਾ ਯੋਗਦਾਨ ਬੜਾ ਮਹੱਤਵਪੂਰਨ ਹੁੰਦਾ। ਤੇ ਇਸ ਯੋਗਦਾਨ ਦੇ ਲਈ ਆਪਣੇ ਆਪ ਨੂੰ ਮਾਸਟਰ ਕਹਾਉਣ ਦੀ ਥਾਂ ਤੇ ਸਿਖਿਆਰਥੀ ਖਾ ਕੇ ਅਸੀਂ ਬਹੁਤ ਕੁਝ ਸਿੱਖ ਸਕਦੇ ਹਾਂ, ਸਿਰਜ ਸਕਦੇ ਹਾਂ। ਸਾਡੇ ਵਿੱਚ ਮਾਣ ਹੰਕਾਰ ਨਹੀਂ ਆਉਂਦਾ ਤੇ ਇਹ ਗੱਲ ਹੁੰਦੀ ਹੈ ਕਿ ਅਸੀਂ ਸਾਰੀ ਉਮਰ ਸਿੱਖਣ ਪ੍ਰਕਿਰਿਆ ਵੱਲ ਲੱਗੇ ਰਹਿੰਦੇ ਹਾਂ। ਮੈਨੂੰ ਮਾਣ ਹੁੰਦਾ ਕਿ ਮੈਂ ਆਪਣੀ ਮਾਤ ਭਾਸ਼ਾ ਪੰਜਾਬੀ ਦਾ ਅਧਿਆਪਕ ਹੋਣ ਕਰਕੇ ਪੰਜਾਬੀ ਭਾਸ਼ਾ ਨੂੰ ਸਾਰੇ ਬੱਚਿਆਂ ਤੱਕ, ਜਿਹੜੇ ਮੇਰੇ ਵਿਦਿਆਰਥੀ ਆ ਉਹ ਇੰਨੇ ਯੋਗ ਹੋਣ ਕਿ ਉਹਨਾਂ ਦੇ ਸ਼ਬਦ ਜੋੜ ਗਲਤ ਨਾ ਹੋਣ, ਲਿਖਾਈ ਸੁੰਦਰ ਹੋਵੇ, ਭਾਸ਼ਾ ਦੇ ਪੂਰੀ ਪਕੜ ਹੋਵੇ ਤੇ ਆਪਣੀ ਮਾਤ ਭਾਸ਼ਾ ਨੂੰ ਪਿਆਰ ਕਰਨ। ਇਹ ਟੀਚੇ ਨੂੰ ਮੁੱਖ ਰੱਖ ਕੇ ਮੈਂ ਆਪਣੇ ਆਪ ਨੂੰ ਖੁਸ਼ਕਿਸਮਤ ਸਮਝਦਾ ਕਿ ਮੈਂ ਪੰਜਾਬੀ ਅਧਿਆਪਕ। ਹਾਂਜੀ ਸੋਖੀ ਜੀ, ਤੁਸੀਂ ਸਾਹਿਤਕਾਰੀ ਦੇ ਖੇਤਰ ਵਿੱਚ ਵੀ ਪੈਰ ਰੱਖਿਆ, ਤਾਂ ਹੁਣ ਤੱਕ ਤੁਸੀਂ ਕੀ ਕੁਝ ਰਚ ਚੁੱਕੇ ਆ ਜਾਂ ਕਿਤਾਬਾਂ ਬਾਰੇ ਆਪਣੀ ਬਾਰੇ ਦੱਸੋ ਕਿ ਤੁਸੀਂ ਕੀ ਕੁਝ ਸਾਹਿਤ ਦੀ ਝੋਲੀ ਪਾਇਆ? ਜਿਵੇਂ ਮੈਂ ਪਹਿਲਾਂ ਦੱਸਿਆ ਕਿ ਬਚਪਨ ਤੋਂ ਮੈਨੂੰ ਪੜ੍ਹਨ ਦੀ ਬੜੀ ਲਗਨ ਹੁੰਦੀ ਸੀ। ਮੈਂ ਕੋਈ ਨਾਵਲ, ਕਿਤਾਬ, ਕਵਿਤਾਵਾਂ, ਇੱਥੋਂ ਤੱਕ ਕਿ ਜੋ ਚੰਗੀਆਂ ਵੀ ਨਾ ਲੱਗਣੀਆਂ, ਬੇਰਸ ਹੋਣੀਆਂ, ਉਹਨਾਂ ਨੂੰ ਵੀ ਸਿਰੇ ਲਾ ਕੇ ਰੱਖਦਾ ਸੀ। ਉਸ ਚੀਜ਼ ਨੇ ਮੇਰੇ ਵਿੱਚ ਸਾਹਿਤ ਪ੍ਰਤੀ ਬੜੀ ਰੁਚੀ ਪੈਦਾ ਕੀਤੀ। ਸਾਹਿਤ ਬੜੀ ਵੱਡੀ ਚੀਜ਼ ਹੈ ਜਿਹਦੇ ਵਿੱਚ ਜ਼ਿੰਦਗੀ ਦਾ ਤਮਾਮ ਤਜਰਬਾ ਹਾਸਲ ਹੁੰਦਾ। ਇਸ ਤੋਂ ਜਦੋਂ ਜਿਵੇਂ ਜਿਵੇਂ ਅਸੀਂ ਇਸ ਸਮੁੰਦਰ ਦੇ ਚੁੱਭੀਆਂ ਮਾਰਦੇ ਹਾਂ ਸਾਨੂੰ ਬਹੁਤ ਕੁਛ ਮਿਲਦਾ, ਲੱਭਦਾ। ਇਸ ਲੱਭਦਿਆਂ ਤੁਹਾਡਾ ਮਨ ਆਪ ਮੁਹਾਰੇ ਨਵੀਂ ਸਿਰਜਣਾ ਵੱਲ ਜਾਂਦਾ। ਕੁਦਰਤ ਤੁਹਾਡੇ ਤੇ ਜ਼ਰੂਰ ਹੱਥ ਰੱਖਦੀ ਹੈ ਤੇ ਤੁਹਾਡੀ ਇਸ ਨੀਤ ਨੂੰ ਮੁਰਾਦ ਲੱਗਦੀ ਹੈ। ਮੈਂ ਸਾਹਿਤ ਦੇ ਖੇਤਰ ਵਿੱਚ ਕੋਈ ਨਿੱਠ ਕੇ ਨਹੀਂ ਆਇਆ ਸੀ। ETT ਕਰਦਿਆਂ ਕੁਝ ਝਰੀਟ ਲੈਣਾ, ਉਸ ਨੂੰ ਟੱਚ ਕਰਨ ਲਿਖਤ ਨੂੰ ETT ਦੇ ਵਿੱਚ ਉੱਥੇ ਸਟੇਜ 'ਤੇ ਗਾ ਦੇਣਾ, ਬੋਲ ਲੈਣਾ, ਇਹ ਇੱਕ ਪਹਿਲੇ ਪੈਰ ਧਰਾਵੇ ਸੀ। ਹੁਣ ਜਦੋਂ ਮੈਂ ਉਹਨਾਂ ਰਚਨਾਵਾਂ ਨੂੰ ਦੇਖਦਾ ਤਾਂ ਬੜਾ ਅਜੀਬ ਮਹਿਸੂਸ ਹੁੰਦਾ। ਹੌਲੀ ਹੌਲੀ ਕਵਿਤਾਵਾਂ ਵੀ ਕੁਝ ਲਿਖੀਆਂ, ਫਿਰ ਅਨੁਵਾਦ ਵਾਲੇ ਪਾਸੇ ਆਇਆ। ਜ਼ਫਰਨਾਮਾ ਗੁਰੂ ਸਾਹਿਬ ਜੀ ਦੀ ਕਿਰਤ ਹੈ ਜਿਹੜੀ, ਇਸ ਨੂੰ 4 ਭਾਸ਼ਾਵਾਂ ਦੇ ਵਿੱਚ ਅਨੁਵਾਦ ਕੀਤਾ ਬੱਚਿਆਂ ਦੀ ਲਿਖਾਈ ਸੁਧਾਰਨ ਦੇ ਲਈ। ਆਓ ਮੋਤੀਆਂ ਵਰਗੇ ਲਿਖੀਏ, ਹਜ਼ਾਰਾਂ ਕਾਪੀਆਂ ਕਰਵਾ ਕੇ ਵੰਡੀਆਂ ਨੇ। ਇਸ ਤੋਂ ਬਿਨਾਂ ਵਿਦਿਆਰਥੀਆਂ ਦੇ ਲਈ ਸ਼ਬਦ ਜੋੜ ਦਾ ਕਿਤਾਬਚਾ ਤਿਆਰ ਕੀਤਾ। ਸਾਡੇ ਵਿਸਰ ਰਹੇ ਸ਼ਬਦ, ਸਾਡੇ ਉਹ ਸ਼ਬਦ ਜਿਹੜੇ ਸਾਡੀ ਬੋਲੀ ਦੇ ਵਿੱਚ ਹਨ ਪਰ ਸਾਡੇ ਬੱਚੇ ਨੂੰ ਅਜੇ ਪਤਾ ਨਹੀਂ ਕਿ ਪੰਜਾਬੀ ਦੇ ਹਨ, ਉਹਨਾਂ ਦੇ ਅਰਥ ਨਹੀਂ ਪਤਾ, ਉਹ ਤਕਰੀਬਨ ਕਿਤਾਬ ਤਿਆਰ ਹੈ। 300 ਸਫ਼ੇ ਦੀ ਕਿਤਾਬ, ਜਲਦੀ ਹੀ ਪਾਠਕਾਂ ਦੀ ਝੋਲੀ ਪਾਵਾਂਗਾ। ਇਸੇ ਤਰ੍ਹਾਂ ਅਜਿਹੇ ਸ਼ਬਦ ਜੋ ਕਚਹਿਰੀਆਂ, ਮਾਲ, ਭਾਗ ਤੇ ਸ਼ਾਇਰੀ ਵਿੱਚ ਬੋਲੇ ਜਾਂਦੇ ਆ ਤੇ ਸਾਡੇ ਭੋਲੇ ਭਾਲੇ ਲੋਕ ਜਿਹੜੇ ਆ ਉਹ ਕਾਨੂੰਨ ਦੀਆਂ ਇਹਨਾਂ ਪ੍ਰਕਿਰਿਆਵਾਂ ਦੇ ਵਿੱਚ ਗੁਜ਼ਰਦੇ ਹੋਏ ਵੀ ਇਹਨਾਂ ਨੂੰ ਸਮਝਦੇ ਨਹੀਂ ਤੇ ਉਹ ਸਮਾਜ ਦੇ ਹਿੱਸੇ ਤੋਂ ਲੁੱਟੇ ਜਾ ਰਹੇ ਨੇ। ਉਹਨਾਂ ਨੂੰ ਸੁਚੇਤ ਕਰਨ ਦੇ ਲਈ ਅਜਿਹੇ ਸ਼ਬਦ ਜੋ ਮਾਲ, ਭਾਗ, ਕਾਨੂੰਨ ਤੇ ਅਦਾਲਤਾਂ ਵਿੱਚ ਵਰਤੇ ਜਾਂਦੇ ਆ, ਉਹਨਾਂ ਦਾ ਵੀ ਇੱਕ ਕੋਸ਼ ਜਲਦੀ ਹੀ ਤਿਆਰ ਹੋ ਕੇ ਆ ਜਾਏਗਾ। ਇਸ ਤੋਂ ਬਿਨਾਂ ਪੰਜਾਬੀ ਭਾਸ਼ਾ ਦੀ ਉਤਪਤੀ, ਉਹਦੇ ਲਈ ਖੋਜ ਕੀਤੀ, ਪੰਜਾਬੀ ਦੀਆਂ ਉਪਬੋਲੀਆਂ, 26 ਉਪਬੋਲੀਆਂ ਬਾਰੇ ਖੋਜ ਕਰਕੇ ਇੱਕ ਨਕਸ਼ਾ ਤਿਆਰ ਕੀਤਾ ਤੇ ਨਾਲ ਹੀ ਉਹਦੀ ਜਿਹੜੀ ਆ ਪੂਰੀ ਡਿਟੇਲ ਜਾਂ ਕਹਿ ਲਓ ਆਪਾਂ ਵਿਸਥਾਰ ਦਿੱਤਾ ਕਿ ਕਿਹੜੇ ਇਲਾਕੇ ਵਿੱਚ ਇਹ ਕਿਹੜੀ ਬੋਲੀ ਬੋਲੀ ਜਾਂਦੀ ਹੈ। ਉਹ ਨਕਸ਼ੇ ਯੂਨੀਵਰਸਿਟੀਆਂ ਵਿੱਚ ਤੇ
ਕਈ ਡੀਸੀ ਆਫਿਸ ਵਿੱਚ ਵੀ ਲੱਗੇ ਹੋਏ ਨੇ। ਇਹ ਸਾਰਾ ਕੁਝ ਜਿਹੜਾ ਸਾਹਿਤ ਦੀ ਇੱਕ ਵਿਧਾ ਦੇ ਵਿੱਚ ਨਹੀਂ, ਵੱਖ-ਵੱਖ ਵਿਧਾਵਾਂ ਵਿੱਚ ਆ। ਜਿਵੇਂ ਪੁਰਾਣੇ ਸਾਡੇ ਬਜ਼ੁਰਗਾਂ ਦੇ ਸਵਾਲ ਹੁੰਦੇ ਸੀ ਕੋਲੇ, ਗਣਿਤ ਦੇ ਸਵਾਲ ਆ, ਭਾਵੇਂ ਆਮ ਜ਼ਿੰਦਗੀ ਦੇ ਸੀ, ਉਹ ਵੀ ਇਕੱਠੇ ਕੀਤੇ ਹੋਏ ਨੇ। ਬਹੁਤ ਸਾਰਾ ਸਾਹਿਤ ਦਾ ਇਹ ਸਮਾਨ ਇਕੱਠਾ ਕੀਤਾ ਪਿਆ। ਸਾਡੇ ਇਤਿਹਾਸਕ ਤੇ ਮਿਥਿਹਾਸਕ ਪਾਤਰ 84 ਉਹ ਇਕੱਠੇ ਕੀਤੇ ਹੋਏ ਨੇ, ਤੇ ਉਹ 150 ਦੇ ਨੇੜੇ ਜਦੋਂ ਬਣ ਗਏ ਉਦੋਂ ਉਹਨਾਂ ਨੂੰ ਮੈਂ ਛਾਪਾਂਗਾ। ਲੋਕ ਖੇਡਾਂ ਜਿਹੜੀਆਂ ਅਸੀਂ ਬਚਪਨ ਵਿੱਚ ਖੇਡਦੇ ਰਹੇ ਹਾਂ, ਕਿੱਕਲੀ, ਗੀਟੇ, ਫਰਲਾਂਗ, ਬੰਟੇ, ਤਾਸ਼ ਦੀਆਂ ਖੇਡਾਂ, 12 ਟਾਣੀ, ਇਸ ਤਰ੍ਹਾਂ ਦੀਆਂ ਬਹੁਤ ਸਾਰੀਆਂ ਖੇਡਾਂ ਨੇ। ਤਾਂ ਇਹ 52 ਖੇਡਾਂ ਨੂੰ ਇਕੱਠੀਆਂ ਕਰਕੇ ਜੋ ਹੁਣ ਜਲਦੀ ਹੀ ਨੈਸ਼ਨਲ ਬੁੱਕ ਟਰਸਟ ਨਵੀਂ ਦਿੱਲੀ ਵੱਲੋਂ ਛਾਪਿਆ ਜਾਣਾ, ਉਹਨਾਂ ਨਾਲ ਸਾਰੀ ਗੱਲਬਾਤ ਹੋ ਚੁੱਕੀ ਹੈ, ਟਾਈਟਲ ਬਣ ਚੁੱਕੇ ਨੇ, ਕਿਤਾਬ ਛਪਾਈ ਅਧੀਨ ਹੈ। ਲੋਕਡਾਊਨ ਹੋਣ ਕਰਕੇ ਹਜੇ ਨਹੀਂ ਆਈ। ਇਸ ਤਰ੍ਹਾਂ ਬਹੁਤ ਸਾਰੀਆਂ ਜਿਹੜੀਆਂ ਸਾਹਿਤ ਦੀਆਂ ਵਿਧਾਵਾਂ 'ਤੇ ਜੋ ਕੰਮ ਕੀਤਾ ਗਿਆ, ਉਹ ਹੌਲੀ ਹੌਲੀ ਮੈਂ ਪਾਠਕਾਂ ਦੇ ਸਾਹਮਣੇ ਰੱਖਦਾ ਜਾ ਰਿਹਾ। ਇਹ ਉਹਨਾਂ ਦੀਆਂ ਚੀਜ਼ਾਂ ਨੇ, ਉਹਨਾਂ ਨੂੰ ਪੇਸ਼ ਕਰ ਦਿੱਤੀਆਂ ਜੀ ਬਿਲਕੁਲ, ਬਹੁਤ ਵਧੀਆ। ਸਰ, ਇੱਕ ਬਾਲ ਸਾਹਿਤ ਬਾਰੇ ਸਾਨੂੰ ਦੱਸੋ ਕਿ ਬਾਲ ਸਾਹਿਤ ਰਚਿਆ ਜਾ ਰਿਹਾ ਤਾਂ ਕਿੰਨਾ ਕੁ ਤੁਹਾਡੀ ਨਜ਼ਰੀ ਵੀ ਲੋਕ ਬਾਲ ਸਾਹਿਤ ਦੀ ਰਚਨਾ ਕਰ ਰਹੇ ਆ, ਔਰ ਜੇ ਦੋਵੇਂ ਸਾਡੇ ਕੋਲ ਬਣ ਕੇ ਤਿਆਰ ਹੋ ਜਾਂਦੇ ਆ, ਰਸਾਲੇ ਆ ਜਾਂ ਕੋਈ ਵੀ ਬੈਲਗੀ ਨਾਲ ਬੱਚਿਆਂ ਨਾਲ ਸੰਬੰਧਿਤ ਆ, ਤਾਂ ਇਹਦਾ ਕੀ ਯੋਗਦਾਨ ਰਹਿੰਦਾ ਬੱਚਿਆਂ ਦੀ ਜ਼ਿੰਦਗੀ 'ਚ? ਕਿੱਥੋਂ ਤੱਕ ਇਹ ਸਫਲ ਰਿਹਾ ਸਾਡਾ ਬਾਲ ਸਾਹਿਤ ਹੁਣ ਤੱਕ? ਬਾਲ ਸਾਹਿਤ ਰਚਨਾ ਕੋਈ ਸੌਖਾ ਕੰਮ ਨਹੀਂ ਆਪਾਂ ਕਹਿ ਦਿੰਦੇ ਜੀ। ਮਨੋਵਿਗਿਆਨ ਦੀ ਸਮਝ ਹੋਣ ਵਾਲਾ ਬੰਦਾ ਹੀ ਬਾਲ ਸਾਹਿਤ ਦੇ ਨੇੜੇ ਜਾਂਦਾ ਜੀ। ਬੱਚਿਆਂ ਨਾਲ ਬੱਚੇ ਹੋਣਾ, ਉਹਨਾਂ ਦੀਆਂ ਰੁਚੀਆਂ ਨੂੰ, ਇਛਾਵਾਂ ਨੂੰ ਪਕੜਨਾ ਤੇ ਕਲਮ ਨਾਲ ਕਾਗਜ਼ ਤੇ ਉਤਾਰਨਾ ਕੋਈ ਸੌਖਾ ਨਹੀਂ ਹੈ। ਅਸੀਂ ਵੱਡਿਆਂ ਨਾਲ ਗੱਲਾਂ ਬਹੁਤ ਕਰਦੇ ਹਾਂ, ਵੱਡਿਆਂ ਨੂੰ ਸਜਾਉਣਾ ਸਵਾਰਨਾ ਸਾਨੂੰ ਆਉਂਦਾ ਹੈ, ਕਿਉਂਕਿ ਇਹ ਚਿਗਲੀਆਂ ਚੁੱਪੀਆਂ ਗੱਲਾਂ ਵੀ ਹੋ ਜਾਂਦੀਆਂ ਸਾਹਿਤ ਦੇ ਵਿੱਚ। ਪਰ ਬੱਚਿਆਂ ਨੂੰ ਉਹਨਾਂ ਦੀਆਂ ਤੋਤਲੀਆਂ ਭਾਸ਼ਾਵਾਂ ਦੇ ਵਿੱਚ ਕੁਝ ਰਚ ਕੇ ਦੇਣਾ, ਉਹਨਾਂ ਦੇ ਨਾਲ ਰਚਨਾ ਮਿਚਣਾ, ਇਹ ਇੱਕ ਨਿਵੇਕਲਾ ਕੰਮ। ਅੱਜ ਕੱਲ੍ਹ ਬਾਲ ਸਾਹਿਤ ਦੇ ਵਿੱਚ ਬਹੁਤ ਸਾਰੇ ਵਿਦਵਾਨ ਸੱਜਣ ਕੰਮ ਕਰ ਰਹੇ ਨੇ। ਹੀਰਾ ਸਿੰਘ ਜੀ ਦੀਆਂ ਵੀ ਕਾਫੀ ਕਿਤਾਬਾਂ ਆਈਆਂ ਨੇ, ਮੈਨੂੰ ਬੜਾ ਵਧੀਆ ਲੱਗਦਾ। ਦੂਸਰੀ ਆ ਗਈ ਨਿੱਕੀਆਂ ਕਰੂੰਬਲਾਂ, ਬਾਲ ਰਸਾਲਾ, ਪੰਖੜੀਆਂ, ਪ੍ਰਾਇਮਰੀ ਸਿੱਖਿਆ, ਦਰਸ਼ਨ ਸਿੰਘ ਆਸਟ ਜੀ ਬਹੁਤ ਵਧੀਆ ਕੰਮ ਕਰ ਰਹੇ ਨੇ। ਤਾਂ ਇਹਨਾਂ ਤੋਂ ਸਾਨੂੰ ਪ੍ਰੇਰਨਾ ਲੈ ਕੇ ਬੱਚਿਆਂ ਦੇ ਵਿੱਚ ਬਾਲ ਸਾਹਿਤ ਦੀ ਰੁਚੀ ਪੈਦਾ ਕਰਨੀ ਚਾਹੀਦੀ ਹੈ। ਅਧਿਆਪਕ ਹੋਣ ਦੇ ਨਾਤੇ ਮੈਂ ਇਹਦੇ ਲਈ ਥੋੜ੍ਹਾ ਜਿਹਾ ਕੰਮ ਕੀਤਾ, ਕੁਝ ਬਾਲ ਕਵਿਤਾਵਾਂ ਲਿਖੀਆਂ ਵੀ ਤੇ ਬਾਲ ਰਸਾਲੇ ਨੂੰ ਸੰਪਾਦਨ ਕੀਤਾ, ਜਿਹਦੇ ਵਿੱਚ ਸਿਰਫ ਬੱਚਿਆਂ ਵੱਲੋਂ ਕੀਤੀਆਂ ਗਈਆਂ ਰਚਨਾਵਾਂ ਨੂੰ, ਰਚੀਆਂ ਉਹਨਾਂ ਰਚਨਾਵਾਂ ਨੂੰ ਹੀ ਥਾਂ ਦਿੱਤੀ। ਮੈਨੂੰ ਇਸ ਗੱਲ ਦਾ ਮਾਣ ਵੀ ਹੁੰਦਾ ਕਿ ਹੀਰਾ ਸਿੰਘ ਵਰਗੇ ਬਾਲ ਸਾਹਿਤ ਲੇਖਕ ਮੇਰੇ ਮਿੱਤਰ ਨੇ, ਜਿਹੜੇ ਨਿਰੰਤਰ ਜੁੜੇ ਹੋਏ ਨੇ ਇਸ ਖੇਤਰ ਦੇ ਵਿੱਚ। ਬਾਲ ਸਾਹਿਤ ਬੱਚਿਆਂ ਨੂੰ ਸਿੱਧੇ ਰਾਹ ਪਾਉਂਦਾ, ਉਹਨਾਂ ਨੂੰ ਮਨੋਵਿਗਿਆਨਕ ਤੌਰ 'ਤੇ ਮਜ਼ਬੂਤ ਕਰਦਾ, ਅਤੇ ਬੱਚੇ ਫਿਰ ਜੀਵਨ ਦੇ ਪੰਧ 'ਤੇ ਲੰਮੀਆਂ ਮੰਜ਼ਿਲਾਂ ਤੈਅ ਕਰਦੇ ਨੇ। ਪਰ ਜੇਕਰ ਉਹਨਾਂ ਨੂੰ ਮਿਆਰੀ ਬਾਲ ਸਾਹਿਤ ਮਿਲੇ, ਅਤੇ ਹੁਣ ਅੱਜ ਦੇ ਜ਼ਮਾਨੇ ਦੇ ਵਿੱਚ ਇਹਦੀ ਪੂਰੀ ਸੰਭਾਵਨਾ, ਬੱਚੇ ਮੋਬਾਈਲ, ਸੋਸ਼ਲ ਮੀਡੀਆ ਦੇ ਵਿੱਚ ਰੁੱਝੇ ਹੋਏ ਨੇ। ਹੌਲੀ ਹੌਲੀ ਉਹ ਕਿਸੇ ਵੀ ਚੀਜ਼ ਦੀ ਬਹੁਤਾਤ ਮਾੜੀ ਹੁੰਦੀ, ਅੱਕ ਜਾਣੇ ਆ ਅਤੇ ਵਾਪਸ ਜ਼ਰੂਰ ਆਉਣਗੇ, ਅਤੇ ਸਾਡਾ ਬਾਲ ਸਾਹਿਤ ਦਾ ਭਵਿੱਖ ਜਿਹੜਾ ਫਿਰ ਰੋਸ਼ਨ ਹੋਵੇਗਾ, ਅਤੇ ਬੱਚੇ ਚੰਗੇ ਇਨਸਾਨ ਬਣਨ ਨਾਲ ਵਧਣਗੇ। ਜੀ ਸੋਖੀ ਸਾਹਿਬ, ਤੁਸੀਂ ਵੱਖ-ਵੱਖ ਸਕੂਲਾਂ 'ਚ ਜਾ ਕੇ ਬੱਚਿਆਂ ਨੂੰ ਸੁੰਦਰ ਲਿਖਾਈ ਦੇ ਅਭਿਆਸ ਕਰਵਾਉਣੇ ਹੋ, ਅਤੇ ਇਸ ਤੁਹਾਨੂੰ ਕਿੰਨੀ ਆਊਟਪੁੱਟ ਮਿਲੀ ਆ? ਤੁਹਾਨੂੰ ਲੱਗਦਾ ਕਿੰਨੇ ਬੱਚੇ ਸੁੰਦਰ ਲਿਖਾਈ 'ਤੇ ਆਪਣਾ ਉਧਰਲੇ ਵਧਣ ਲੱਗ ਗਏ ਉਸ ਪਾਸੇ ਨੂੰ ਵੀ ਸਾਡੀ ਲਿਖਾਈ ਸੁੰਦਰ ਹੋਵੇ? ਤੁਸੀਂ ਇਹ ਕੰਮ ਕੀਤਾ ਸਕੂਲਾਂ 'ਚ ਜਾ ਕੇ, ਟੀਚਰਾਂ ਨੇ ਵੀ ਤੁਹਾਤੋਂ ਸਿੱਖਿਆ ਹੋਊਗਾ ਬਹੁਤ ਕੁਛ। ਇਸ ਚੀਜ਼ ਦਾ ਬਹੁਤ ਵਧੀਆ ਪ੍ਰਭਾਵ ਪੈਂਦਾ। ਜੇ ਤੁਸੀਂ ਲਿਖਦੇ ਹੋ, ਤੁਹਾਡੀ ਲਿਖਤ ਜਿਹੜੀ ਹੈ ਨਾ ਸਾਹਮਣੇ ਵਾਲੇ 'ਤੇ ਪ੍ਰਭਾਵ ਪਾਉਂਦੀ। ਸਾਡੀ ਲਿਖਾਈ ਸੋਹਣੀ ਸੁੰਦਰ ਹੋਣੀ ਚਾਹੀਦੀ, ਆਲੇ ਦੁਆਲਾ ਸਾਡਾ ਸੁੰਦਰ ਹੈ ਅਤੇ ਅਸੀਂ ਕਿਉਂ ਨਾ ਸੁੰਦਰ ਅਛੀਏ। ਅਸੀਂ ਕੀ ਕਰਦੇ ਹਾਂ, ਸਾਡੇ ਸਹਿਜਤਾ ਖਤਮ ਹੁੰਦੀ ਜਾ ਰਹੀ ਆ, ਅਸੀਂ ਭਾਈ ਦੌੜ ਦੀ ਜ਼ਿੰਦਗੀ ਦੇ ਵਿੱਚ ਤੇਜ਼ੀ ਦੇ ਨਾਲ ਵੱਧਦੇ ਹਾਂ, ਤਾਂ ਸਾਡੇ ਜ਼ਿਹਨ ਦੇ ਵਿੱਚ ਵੀ ਤੇਜ਼ੀ ਹੈ, ਇੱਕ ਖਲਾਅ ਪੈਦਾ ਹੋ ਚੁੱਕਾ, ਜਿਸ ਕਰਕੇ ਸਾਡੀ ਜਿਹੜੀ ਆ ਸਹਿਜਤਾ ਖਤਮ ਹੋ ਗਈ, ਸਾਡੀ ਲਿਖਾਈ 'ਤੇ ਮਾਰੂ ਪ੍ਰਭਾਵ ਪੈ ਰਿਹਾ। ਜਦੋਂ ਮੈਂ ਵੱਖ-ਵੱਖ ਸਕੂਲਾਂ ਜਾਂ ਕਾਲਜਾਂ ਵਿੱਚ ਜਾ ਕੇ 1 ਘੰਟੇ ਦਾ ਜਾਂ 2 ਘੰਟੇ ਦਾ ਲੈਕਚਰ ਲਾ ਕੇ ਉਹਨਾਂ ਨੂੰ ਨਾਲ ਪ੍ਰੈਕਟੀਕਲੀ ਦੱਸਦਾ, ਤਾਂ 60 ਤੋਂ 70% ਲਿਖਾਈ ਉਸੇ ਟਾਈਮ ਉਹਨਾਂ ਦੀ ਸੁਧਰ ਜਾਂਦੀ ਹੈ। ਬਹੁਤ ਵਧੀਆ ਨਤੀਜੇ ਆ ਰਹੇ ਨੇ। ਮੈਂ ਕਈ ਦਿਨੋਂ ਨਿਰਾਸ਼ ਵੀ ਹੋਇਆ ਸੀ ਕਿ ਸਾਡੇ ਜਿਹੜੇ ਆ ਕਾਲਜ ਦੇ ਵਿਦਿਆਰਥੀ ਆ, ਉਹ ਲਿਖਾਈ ਵੱਲੋਂ ਬਹੁਤ ਪਛੜੇ ਹੋਏ ਨੇ। ਥੋੜ੍ਹੇ ਦਿਨ ਹੋਏ ਮੈਂ ਇੱਕ ਕੰਪੀਟੀਸ਼ਨ ਸਕੂਲ ਲੈਵਲ ਦਾ ਅਤੇ ਕਾਲਜ ਲੈਵਲ ਦਾ ਉਹਦੀ ਜੱਜਮੈਂਟ ਕੀਤੀ, ਤਾਂ ਜਿਹੜੇ ਕਾਲਜ ਲੈਵਲ ਦੇ ਸੀਗੇ ਉਹਨਾਂ ਦੀ ਲਿਖਾਈ ਪ੍ਰਾਇਮਰੀ ਸਕੂਲ ਦੇ ਬੱਚਿਆਂ ਤੋਂ, ਭਾਵ ਛੋਟੇ ਬੱਚਿਆਂ ਤੋਂ ਵੀ ਮਾੜੀ ਸੀ, ਜਦੋਂ ਕਿ ਪ੍ਰਾਇਮਰੀ ਤੇ ਮਿਡਲ ਅਤੇ ਹਾਈ ਸਕੂਲ ਦੇ 3 ਵਰਗਾਂ ਦੇ ਬੱਚਿਆਂ ਦੀ ਲਿਖਾਈ ਬੜੀ ਮੋਤੀਆਂ ਵਾਲੀ ਸੀ। ਦੇਖੋ ਕੀ ਹੋ ਰਿਹਾ
ਕਿ ਜਿੱਥੇ ਜਾ ਕੇ ਸਾਡੀ ਪਰਪੱਕਤਾ ਆਉਣੀ ਆ ਉੱਥੇ ਅਸੀਂ ਨਿਗਾਰ ਵੱਲ ਨੂੰ ਆ ਗਏ। ਇਹ ਗੱਲ ਮੈਂ ਉਹਨਾਂ ਪ੍ਰਬੰਧਕਾਂ ਨਾਲ ਵੀ ਕੀਤੀ ਕਿ ਸਾਨੂੰ ਕਾਲਜ ਦੇ ਵਿਦਿਆਰਥੀਆਂ ਨੂੰ ਵੀ ਸੰਭਾਲਣਾ ਪੈਣਾ। ਉਹ ਪੰਜਾਬੀ ਭਾਸ਼ਾ ਤੋਂ, ਇਹਨੂੰ ਲਿਖਣ ਤੋਂ, ਪੜ੍ਹਨ ਤੋਂ ਟੁੱਟ ਰਹੇ ਨੇ, ਅਸੀਂ ਉਹਨਾਂ ਨੂੰ ਵੀ ਨਾਲ ਜੋੜਨਾ। ਤਾਂ ਸੁੰਦਰ ਲਿਖਾਈ ਦੇ ਇਹ ਕੈਂਪ ਜਿਹੜੇ ਵੱਖ-ਵੱਖ ਸਕੂਲਾਂ ਦੇ ਨਾਲ, ਜੇ ਕਾਲਜਾਂ ਵਿੱਚ ਵੀ ਇਸੇ ਤਰ੍ਹਾਂ ਲੱਗਦੇ ਰਹਿਣ ਤਾਂ ਸਾਡੇ ਜਿਹੜੇ ਆ ਨੌਜਵਾਨ ਵਿਦਿਆਰਥੀ ਆ ਆਪਣੀ ਮਾਤ ਭਾਸ਼ਾ ਨਾਲ ਜੁੜਨਗੇ, ਉਹਨਾਂ ਦੀ ਲਿਖਾਈ ਵੀ ਸਾਫ਼ ਸੋਹਣੀ ਹੋਵੇਗੀ ਅਤੇ ਉਹ ਜ਼ਿੰਦਗੀ ਦੇ ਵਿੱਚ ਸਹਿਜਤਾ ਵਾਲਾ ਗੁਣ ਜ਼ਰੂਰ ਅਪਣਾਉਣਗੇ। ਲਿਖਾਈ ਤੁਹਾਡੀ ਜ਼ਿੰਦਗੀ ਨੂੰ ਸਹਿਜਤਾ, ਟਰਮਾ, ਧੀਰਜ ਬਖਸ਼ਦੀ ਆ, ਸਬਰ ਸੰਤੋਖ ਬਖਸ਼ਦੀ ਆ। ਤਾਂ ਮੈਂ ਸਮਝਦਾ ਕਿ ਇਹਨਾਂ ਕੈਂਪ ਦੇ ਨਾਲ ਸਾਨੂੰ ਸੁੰਦਰ ਲਿਖਾਈ ਦੇ ਨਾਲ ਨਾਲ ਅਧਿਆਤਮਿਕਤਾ, ਸਹਿਜਤਾ, ਇਹ ਦੋ ਚੀਜ਼ਾਂ ਦੇ ਗੁਣ ਸਾਡੇ ਵਿੱਚ ਆਪਣੇ ਆਪ ਪਣਪ ਜਾਂਦੇ ਨੇ ਜੀ। ਸੁਖੀ ਸਾਹਿਬ, ਜਦੋਂ ਕੋਈ ਬੰਦਾ ਕਲਾ ਦੇ ਖੇਤਰ 'ਚ ਜਾਂਦਾ, ਭਾਵੇਂ ਉਹਦੀ ਕਲਾ ਦਾ ਖੇਤਰ ਕੋਈ ਵੀ ਆ, ਭਾਵੇਂ ਆਪਣੀ ਬਾਲ ਸਾਹਿਤ ਰਚਨਾ ਜਾਂ ਕੋਈ ਪੇਂਟਿੰਗ ਕਰਨੀ ਹੈ, ਚਿੱਤਰਕਾਰੀ ਆ, ਤਾਂ ਜਦੋਂ ਅਸੀਂ ਤੁਰਦੇ ਆ ਕੋਈ ਕੰਮ ਨੂੰ ਲੈ ਕੇ ਤਾਂ ਲੋਕ ਸਾਡੀ ਆਲੋਚਨਾ ਕਰਦੇ ਆ। ਆਲੋਚਨਾ ਦਾ ਮਤਲਬ ਅੱਜ ਕੱਲ੍ਹ ਆਲੋਚਨਾ ਮੈਂ ਸਮਝਦਾ ਹੁੰਦੀ ਨਹੀਂ, ਮਤਲਬ ਕਿ ਭੰਡਣ ਵਾਲੇ ਦੇ ਪਾਸੇ ਚੱਲ ਪੈਂਦੇ ਆ। ਤੁਸੀਂ ਆਲੋਚਨਾ ਨੂੰ ਕਿਵੇਂ ਲੈਂਦੇ ਆ? ਇਹ ਜੋ ਵੀ ਤੁਹਾਨੂੰ ਸਾਹਮਣਾ ਕਰਨਾ ਪਿਆ ਕਿਸੇ ਆਲੋਚਨਾ ਦਾ, ਉਹਦੇ ਬਾਰੇ ਸਾਨੂੰ ਜਾਣਕਾਰੀ ਦਿਓ ਥੋੜ੍ਹੀ ਜੀ। ਮੈਨੂੰ ਆਮ ਲੋਕਾਂ ਦਾ ਘੱਟ ਤੇ ਵਿਦਵਾਨ ਲੋਕਾਂ ਦੀ ਆਲੋਚਨਾ ਦਾ, ਜਿਹੜੀ ਨੀਵੇਂ ਪੱਧਰ ਤੱਕ ਪਹੁੰਚ ਜਾਂਦੀ ਹੈ, ਦਾ ਸਾਹਮਣਾ ਵੀ ਕਰਨਾ ਪਿਆ ਸੀ। ਪਰ ਮੈਂ ਇਸ ਨੂੰ ਕਦੇ ਵੀ ਇਸ ਤਰ੍ਹਾਂ ਨਹੀਂ ਲਿਆ ਕਿ ਇਹ ਮੈਨੂੰ ਰੋਕ ਰਿਹਾ। ਤੁਸੀਂ ਮੈਂ ਚਾਹੁੰਦਾ ਕਿ ਇਹ ਮੇਰਾ ਰਸਤਾ ਸਵਾਰ ਰਿਹਾ, ਇਹਨੂੰ ਚੈਲੰਜ ਲਓ। ਅੱਛਾ। ਕਦੇ ਵੀ ਉਸ ਪ੍ਰਤੀ ਜੋ ਤੁਹਾਡੀ ਆਲੋਚਨਾ ਕਰਦਾ ਬੁਰੇ ਖਿਆਲ ਨਾ ਰੱਖੋ, ਹਮੇਸ਼ਾ ਉਸ ਨੂੰ ਪਾਸੇ ਛੱਡਦੇ ਜਾਓ, ਆਪਣੇ ਰਸਤੇ 'ਤੇ ਤੁਰਦੇ ਜਾਓ। ਨਹੀਂ ਤਾਂ ਉਹ ਜੋ ਰੁਕਾਵਟਾਂ ਖੜੀਆਂ ਕਰ ਰਹੇ ਹੁੰਦੇ ਨੇ ਲੋਕ, ਉਹ ਆਪਣੇ ਆਪ ਤੁਹਾਡੇ ਮੂਹਰੇ ਆ ਜਾਂਦੀਆਂ। ਤੁਹਾਡੀ ਜਿਹੜੀ ਆ ਸਿਰਜਣਾ, ਬਿਰਤੀ ਭੰਗ ਹੋ ਜਾਂਦੀ ਹੈ। ਅਜਿਹੀਆਂ ਚੀਜ਼ਾਂ ਤੋਂ ਦੂਰ ਰਹਿੰਦੇ ਹੋਏ ਮੈਂ ਤਾਂ ਇਹੀ ਕਹਾਂਗਾ ਕਿ ਸਾਡੀ ਜਿਹੜੀ ਆਲੋਚਨਾ ਹੈ ਉਹ ਸਾਡੀ ਪ੍ਰੀਖਿਆ ਹੁੰਦੀ ਹੈ। ਅਸੀਂ ਉਹਦੇ ਵਿੱਚ ਪਾਸ ਹੋਣਾ ਹੁੰਦਾ ਹੈ। ਅਸੀਂ ਉਹਨੂੰ ਆਲੋਚਨਾ ਕਰਨ ਵਾਲੇ ਨੂੰ ਹੋਰ ਚੰਗੇਰਾ ਬਣ ਕੇ ਦਿਖਾਉਣ ਦੀ ਕੋਸ਼ਿਸ਼ ਕਰੀਏ, ਨਾ ਕਿ ਅਸੀਂ ਉਹਦੇ ਨਾਲ ਉਲਝੀਏ। ਸੋ ਉਹਨਾਂ ਸੱਜਣਾਂ ਨੂੰ ਜਿਹੜੇ ਚੰਗੇ ਕੰਮ ਦੀ ਹਰ ਖੇਤਰ ਦੇ ਵਿੱਚ ਹੀ ਹੁੰਦੇ ਨੇ, ਆਲੋਚਨਾ ਕਰਦੇ ਨੇ, ਅਸੀਂ ਉਹਨਾਂ ਆਲੋਚਨਾ ਨੂੰ ਸਮ ਆਲੋਚਨਾ ਵਿੱਚ ਬਦਲਣ ਲਈ ਮਜਬੂਰ ਕਰ ਦਈਏ। ਇਹ ਕਿਵੇਂ ਹੋਏਗਾ? ਇਹ ਤੁਹਾਡੇ ਕਾਰਜ ਨਾਲ, ਤੁਹਾਡੇ ਕਾਰਜ ਖੇਤਰ, ਕਾਰਜ ਕੁਸ਼ਲਤਾ ਨਾਲ ਹੋਏਗਾ। ਆਪਣੇ ਕੰਮ ਨੂੰ ਹੋਰ ਨਿਖਾਰ ਲਿਆਓ। ਅਜਿਹੀਆਂ ਗੱਲਾਂ ਤੋਂ ਪਾਸੇ ਹੋ ਜਾਈਏ ਜੀ ਅਸੀਂ, ਤਾਂ ਅਸੀਂ ਅਭਿਆਸ ਦੇ ਰਾਹੀਂ ਵੱਧ ਤੋਂ ਵੱਧ ਆਪਣੀ ਯੋਗਤਾ ਵਿੱਚ ਨਿਖਾਰ ਪੈਦਾ ਕਰ ਸਕਦੇ ਹਾਂ। ਉਹ ਲੋਕ ਜਿਹੜੇ ਕੁਛ ਨਹੀਂ ਕਰਦੇ ਹੁੰਦੇ, ਆਲੋਚਨਾ ਸਿਰਫ ਉਹੀ ਕਰਨ ਜਾਣਦੇ ਹੁੰਦੇ ਨੇ। ਜਿਹੜੇ ਲੋਕ ਤੁਹਾਨੂੰ ਪਿਆਰ ਕਰਦੇ ਨੇ, ਉਹ ਤੁਹਾਨੂੰ ਮਿੱਠੀ ਟਕੋਰ ਦੀ ਟੋਕਾ ਟਾਕੀ ਨਿੱਜੀ ਤੌਰ 'ਤੇ ਦੱਸ ਸਕਦੇ ਆ, ਜਨਤਕ ਤੌਰ 'ਤੇ ਨਹੀਂ ਕਿ ਭਾਈ ਇਸ ਨੂੰ ਐਂ ਠੀਕ ਕਰ ਲਈਏ ਤਾਂ ਚੰਗਾ ਹੋਵੇ। ਉਸ ਨੂੰ ਜ਼ਰੂਰ ਮੰਨੋ। ਆਲੋਚਨਾ ਦੇ ਵਿੱਚ ਇਸ ਚੀਜ਼ ਨੂੰ ਪਕੜੋ ਕਿ ਮੇਰੀ ਇਹਦੇ ਵਿੱਚ ਕੀ ਵਾਕਈ ਗਲਤੀ ਹੈ, ਜੇ ਗਲਤੀ ਤੋਂ ਸੁਧਾਰੋ। ਇਹ ਨਹੀਂ ਕਿ ਅਸੀਂ ਆਲੋਚਨਾ ਤੋਂ ਨਿਰਾਸ਼ ਹੋਈਏ ਜਾਂ ਉਸ ਬੰਦੇ ਪ੍ਰਤੀ ਦਵੈਸ਼ ਦੀ ਭਾਵਨਾ ਉਹਦੇ ਮਨ ਵਿੱਚ ਰੱਖੀਏ, ਜਿਹਦੇ ਨਾਲ ਸਾਡੀ ਸਿਰਜਣਾ ਜ਼ਰੂਰ ਪ੍ਰਭਾਵਿਤ ਹੁੰਦੀ ਹੈ। ਸੋ ਮੇਰਾ ਇਹ ਸੁਨੇਹਾ ਹੁੰਦਾ ਕਿ ਆਲੋਚਨਾ ਨੂੰ ਹਮੇਸ਼ਾ ਚੰਗੇ ਤਰੀਕੇ ਨਾਲ ਲਓ ਤੇ ਚੰਗਾ ਸੋਚੋ ਤੇ ਚੰਗਾ ਹੀ ਤੁਹਾਡੇ ਤੋਂ ਹੋਵੇਗਾ। ਸੁਖੀ ਸਾਹਿਬ, ਤੁਹਾਨੂੰ ਬੜੇ ਮਾਣ ਸਨਮਾਨ ਮਿਲਦੇ ਰਹਿੰਦੇ ਆ, ਤੁਸੀਂ ਵੱਖ-ਵੱਖ ਖੇਤਰਾਂ 'ਚ ਕੰਮ ਕਰਦੇ ਆ, ਤੇ ਕੀ ਵਿਚਾਰ ਆ ਤੁਹਾਡੇ ਮਾਣ ਸਨਮਾਨ ਬਾਰੇ? ਕਿ ਕਿਸ ਨਜ਼ਰੀਏ ਤੋਂ ਦੇਖਦੇ ਆ ਤੁਸੀਂ ਮਾਣ ਸਨਮਾਨ ਜੋ ਵੀ ਸਾਨੂੰ ਪ੍ਰਾਪਤ ਹੁੰਦੇ ਆ? ਸਮਾਂ ਜਿਹੜਾ ਨਾ, ਇਹ ਮੈਨੂੰ ਬੜਾ ਕੁਛ ਸਿਖਾਉਂਦਾ ਜੀ। ਪਹਿਲਿਆਂ ਵੇਲਿਆਂ 'ਚ ਮਾਣ ਮਿਲਦੇ ਜਦੋਂ ਅਸੀਂ ਕੋਈ ਕਦਮ ਪੁੱਟਦੇ ਹਾਂ, ਉਹ ਤੁਹਾਨੂੰ ਇੱਕ ਉਤਸ਼ਾਹ ਹਲਾਰਾ ਦਿੰਦੇ ਆ ਜੀ, ਤੇ ਤੁਸੀਂ ਉਸ ਪਾਸੇ ਨੂੰ ਬਹੁਤ ਵਧੀਆ ਤਰੀਕੇ ਨਾਲ ਵਧਦੇ ਹੋ ਜੀ। ਤੁਸੀਂ ਵੱਧ ਤੋਂ ਵੱਧ ਕੰਮ ਕਰਨ ਦੀ ਕੋਸ਼ਿਸ਼ ਕਰਦੇ ਹੋ। ਮੈਂ ਵੀ ਇਵੇਂ ਕਰਦਾ ਰਿਹਾ। ਪਹਿਲਾਂ ਜਦੋਂ ਕਿਤੇ ਮਾਣ ਸਨਮਾਨ ਮਿਲਣਾ ਤੇ ਮੈਨੂੰ ਇਹ ਲੱਗਣਾ ਵੀ ਹੱਕ ਬਣਦਾ ਸੀ, ਮੈਂ ਲੈ ਲਿਆ ਜੀ। ਜਿਵੇਂ ਜਿਵੇਂ ਸਮਾਂ ਬਦਲਦਾ ਜਾਂਦਾ, ਤੁਹਾਡੇ ਤੇ ਪਰਪੱਕਤਾ ਆ ਜਾਂਦੀ ਹੈ, ਤੁਹਾਡੀ ਜ਼ਿੰਮੇਵਾਰੀ ਵੱਧ ਜਾਂਦੀ ਹੈ, ਤਾਂ ਉਹੀ ਮਾਣ ਸਨਮਾਨ ਤੁਹਾਨੂੰ ਜ਼ਿੰਦਗੀ ਦੇ ਵਿੱਚ ਚੰਗੇਰਾ ਕਰਨ ਲਈ ਪ੍ਰੇਰਦੇ ਆ ਤੇ ਤੁਹਾਨੂੰ ਇਹ ਵਾਰ-ਵਾਰ ਯਾਦ ਕਰਾਉਂਦੇ ਆ ਕਿ ਇਹ ਮਾਣ ਸਨਮਾਨ ਜਿਹੜਾ ਇਹਦੀ ਲਾਜ ਰੱਖਣੀ ਹੈ। ਜਿਸ ਨੂੰ ਇੱਕ ਸ਼ੋਅ ਪੀਸ ਵਜੋਂ ਨਹੀਂ ਸਮਝਣਾ ਕਿ ਮਿਲ ਗਿਆ ਇਹਨੂੰ ਟੰਗ ਦਿਓ ਤੇ ਇਹਨੂੰ ਵੇਖ ਕੇ ਖੁਸ਼ ਹੋਈ ਜਾਓ। ਕੋਈ ਵੀ ਸਨਮਾਨ ਆ ਉਸ ਦੀ ਬੜੀ ਅਹਿਮੀਅਤ ਤੇ ਕੀਮਤ ਹੁੰਦੀ ਹੈ। ਇਸ ਲਈ ਜਿੱਥੇ ਵੀ ਤੁਹਾਨੂੰ ਕੋਈ ਸੰਸਥਾ ਮਾਣ ਦਿੰਦੀ ਆ, ਉਹ ਤੁਹਾਨੂੰ ਨਹੀਂ, ਤੁਹਾਡੇ ਕੰਮ ਨੂੰ ਮਾਣ ਦਿੰਦੀ ਹੈ। ਤੇ ਇਸ ਕੰਮ ਨੂੰ ਤੁਸੀਂ ਬਰਕਰਾਰ ਰੱਖਣਾ, ਆਪਣੀ ਜ਼ਿੰਮੇਵਾਰੀ ਨੂੰ ਹੋਰ ਸਮਝਣਾ, ਚੰਗੇ ਪਾਸੇ ਵੱਲ ਜਾਣਾ। ਤਾਂ ਵੱਖ-ਵੱਖ ਸੰਸਥਾਵਾਂ ਵੱਲੋਂ ਜੋ ਮੈਨੂੰ ਅੰਤਰਰਾਸ਼ਟਰੀ ਤੇ ਰਾਸ਼ਟਰੀ ਪੱਧਰ 'ਤੇ ਜਾਂ ਸਟੇਟ ਅਵਾਰਡ ਦਾ ਮਾਣ ਜਿਹੜਾ ਮਿਲਿਆ, ਇਹਦੇ ਨਾਲ ਮੈਨੂੰ ਇਸ ਤਰ੍ਹਾਂ ਲੱਗਦਾ ਕਿ ਮੈਂ ਹੁਣ ਇਸ ਤੋਂ ਵੀ ਜ਼ਿਆਦਾ ਮਿਹਨਤ ਕਰਾਂ, ਇਸ ਮਾਣ ਸਨਮਾਨ ਦੀ ਜਿਹੜੀ ਆ ਆਭਾ, ਇਸ ਨੂੰ ਇਵੇਂ ਬਹਾਲ ਰੱਖਾਂ। ਮੇਰੇ ਕਰਕੇ ਜੇ ਕਿਸੇ ਮਿਲੇ ਹੋਏ ਸਨਮਾਨ
ਦੀ ਇੱਜ਼ਤ ਘਟਦੀ ਆ ਤੇ ਤਾਂ ਮੈਂ ਆਪਣੇ ਨੂੰ ਦੋਸ਼ੀ ਸਮਝਦਾ ਹੋਇਆ ਮੈਂ ਇਹ ਸਮਝਾਂਗਾ ਕਿ ਮੈਨੂੰ ਇਸ ਤਰ੍ਹਾਂ ਦੇ ਕੰਮਾਂ ਤੋਂ ਗੁਰੇਜ਼ ਕਰਦੇ ਹੋਏ ਵਧੀਆ ਤੋਂ ਵਧੀਆ ਚੰਗੇ ਕੰਮ ਕਰਕੇ ਇੱਕ ਮਿਸਾਲ ਬਣਨ ਦੀ ਲੋੜ ਹੈ, ਤਾਂ ਕਿ ਮਾਣ ਸਨਮਾਨ ਕਰਨ ਵਾਲੇ ਵੀ ਮਾਣ ਮਹਿਸੂਸ ਕਰਨ ਕਿ ਅਸੀਂ ਜੋ ਮਾਣ ਦਿੱਤਾ ਉਹ ਸਹੀ ਹੱਥਾਂ ਵਿੱਚ ਹੈ। ਜੁਗਾੜੂ ਮਾਣ ਸਨਮਾਨ ਜਿਹੜੇ ਹੁੰਦੇ ਨੇ ਅੱਜ ਕੱਲ੍ਹ ਦੇ ਜ਼ਮਾਨੇ ਦੇ ਵਿੱਚ ਜੀ, ਉਹਨਾਂ ਤੋਂ ਬਿਲਕੁਲ। ਹਮੇਸ਼ਾ ਦੂਰ ਰਹਿਣਾ ਚਾਹੀਦਾ, ਕਿਉਂਕਿ ਦੁਨੀਆ ਤੁਹਾਡੇ ਬਾਰੇ ਤੁਹਾਡੇ ਤੋਂ ਜ਼ਿਆਦਾ ਜਾਣਦੀ ਹੈ। ਕਿਹਾ ਜਾਂਦਾ ਨਾ, ਜੇਕਰ ਆਪਣੇ ਬਾਰੇ ਜਾਣਨਾ ਤਾਂ ਆਪਣੇ ਗੁਆਂਢੀ ਨਾਲ ਪੰਗਾ ਲੈ ਲਏਗਾ। ਬਿਲਕੁਲ ਸਹੀ ਹੈ। ਤੁਹਾਡੇ ਚੰਗੇ ਕੰਮ ਦੀ ਕਦਰ ਕਰਨ ਵਾਲੇ ਜੇ 90 ਨੇ ਤਾਂ 110 ਇਸ ਤਰ੍ਹਾਂ ਦੇ ਹੁੰਦੇ ਨੇ ਜਿਹੜੇ ਤੁਹਾਡੇ ਵਿੱਚੋਂ ਕੋਈ ਨਾ ਕੋਈ ਨੁਕਸ ਨੂੰ ਫੜਨ ਦੀ ਕੋਸ਼ਿਸ਼ ਕਰਦੇ ਨੇ। ਜੀ, ਜਨਤਕ ਤੌਰ ਤੇ ਵਿਚਰਦਿਆਂ ਹੋਇਆਂ ਆਪਣੀ ਸ਼ਖਸੀਅਤ ਨੂੰ ਜ਼ਰੂਰ ਯਾਦ ਰੱਖੋ ਕਿ ਮੈਨੂੰ ਲੋਕ ਪਿਆਰ ਕਰਦੇ ਨੇ, ਮੈਂ ਜਿਹੜਾ ਹਮੇਸ਼ਾ ਚੰਗਾ ਬਣ ਕੇ ਦਿਖਾਵਾਂ। ਇਹ ਬਨੌਟੀ ਨਹੀਂ, ਦਿਲੋਂ ਬਣੋ, ਤਾਂ ਹੀ ਤੁਹਾਡੇ ਮਾਣ ਸਨਮਾਨ ਦੀ ਅਹਿਮੀਅਤ ਹੈ। ਮੈਂ ਉਹਨਾਂ ਸਾਰੇ ਸੱਜਣਾਂ ਦਾ ਬਹੁਤ ਧੰਨਵਾਦੀ ਹਾਂ ਜਿਨ੍ਹਾਂ ਨੇ ਮੇਰੇ ਕੰਮ ਨੂੰ ਮਾਨਤਾ ਦਿੱਤੀ, ਕਾਰਜ ਨੂੰ ਇਸ ਨੂੰ ਹੋਰ ਉਤਸ਼ਾਹਤ ਕਰਦਿਆਂ ਹੋਇਆਂ ਮਾਣ ਸਨਮਾਨ ਦਿੱਤੇ ਨੇ। ਮੈਂ ਸਾਰਿਆਂ ਨੂੰ ਵਿਸ਼ਵਾਸ ਦਿਵਾਉਣਾ ਕਿ ਤੁਹਾਡੇ ਇਸ ਮਾਣ ਨੂੰ ਇਵੇਂ ਹੀ ਬਰਕਰਾਰ ਰੱਖਦਾ, ਉਹਦੀ ਸ਼ਾਨ ਬਹਾਲ ਰੱਖਾਂਗਾ ਅਤੇ ਕੋਈ ਵੀ ਅਜਿਹਾ ਕੰਮ ਜਾਣ ਬੁੱਝ ਕੇ ਨਹੀਂ ਕਰਾਂਗਾ ਜਿਹਦੇ ਨਾਲ ਤੁਹਾਡੀ ਵੀ ਸ਼ਾਨ ਨੂੰ ਵੱਟਾ ਲੱਗੇ ਅਤੇ ਮੇਰੇ ਵੱਲ ਵੀ ਉਂਗਲਾਂ ਉੱਠਣ। ਮੈਂ ਇਸੇ ਗੱਲ ਨੂੰ ਇਹ ਸਮਝਦਾ ਕਿ ਲੋਕਾਂ ਵੱਲੋਂ, ਆਪਣੇ ਸੱਜਣਾ ਮਿੱਤਰਾਂ ਵੱਲੋਂ, ਆਲੇ ਦੁਆਲੇ ਵੱਲੋਂ ਜੋ ਮਾਣ ਸਨਮਾਨ ਮਿਲਦਾ ਉਹ ਸਭ ਤੋਂ ਵੱਧ ਹੁੰਦਾ ਅਤੇ ਮੈਂ ਵਡਭਾਗਾ ਕਿ ਮੈਨੂੰ ਇਹ ਮਾਣ ਸਨਮਾਨ ਆਪਣੇ ਵੱਲੋਂ ਮਿਲਦਾ। ਜੀ, ਕਿਉਂਕਿ ਸਾਹਿਬ ਤੁਸੀਂ ਪੰਜਾਬੀ ਭਾਸ਼ਾ ਲਈ ਤਾਂ ਬਹੁਤ ਕੁਛ ਕਰ ਰਹੇ ਆ, ਸਕੂਲਾਂ 'ਚ ਜਾ ਕੇ ਉਹਨਾਂ ਦੇ ਮਤਲਬ ਸੁੰਦਰ ਲਿਖਾਈ ਦੇ ਤੁਸੀਂ ਦੱਸ ਰਹੇ ਆ ਨੁਕਤੇ, ਔਰ ਤੁਸੀਂ ਇੱਕ ਆਪਣਾ ਉਰਦੂ ਵੱਲ ਵੀ ਤੁਰੇ ਆ, ਸ਼ਾਹਮੁਖੀ ਵੱਲ ਵੀ ਤੁਰੇ ਆ, ਉੱਧਰ ਵੀ ਜਿਹੜੀ ਲਿਪੀ ਹੈਗੀ ਆ ਉਹਦੇ ਨਾਲ ਤੁਹਾਡਾ ਮੋਹ ਕਿਵੇਂ ਜਾਗਿਆ, ਉਹਦੇ ਬਾਰੇ ਵੀ ਤੁਸੀਂ ਬੜਾ ਦੱਸੋ ਕਿ ਤੁਸੀਂ ਕਲਾਸਾਂ ਵੀ ਲਾ ਰਹੇ ਆ ਉਰਦੂ ਬਾਰੇ। ਜ਼ਿੰਦਗੀ ਦੇ ਵਿੱਚ ਬਹੁਤ ਕੁਝ ਸਿੱਖਣਾ ਪੈਂਦਾ ਜੀ, ਅਸੀਂ ਜਦੋਂ ਸਿੱਖਦੇ ਹਾਂ ਤਾਂ ਆਪਣੇ ਅਨੁਭਵ ਚੋਂ ਸਿੱਖਣ ਦੀ ਕੋਸ਼ਿਸ਼ ਕਰਦੇ ਹਾਂ। ਮੈਂ ਜਦੋਂ ਪੰਜਾਬੀ ਮਾਸਟਰ ਤੌਰ 'ਤੇ ਭਰਤੀ ਹੋਇਆ ਤਾਂ ਮੈਨੂੰ 10ਵੀਂ ਜਮਾਤ ਦੇ ਵਿੱਚ ਜ਼ਫਰਨਾਮਾ ਇਹ ਕੰਮ ਵੀ ਪੜ੍ਹਾਉਣੀ ਪਈ। ਜੀ ਹੈ। ਮੈਨੂੰ ਲੱਗਾ ਕਿ ਜ਼ਫਰਨਾਮਾ ਪੜ੍ਹਾਉਣ ਦੇ ਲਈ ਮੈਨੂੰ ਪਹਿਲਾਂ ਇਸ ਨੂੰ ਦੇਖਣਾ ਪਏਗਾ ਕਿ ਇਹ ਕੀ ਚੀਜ਼ ਹੈ, ਇਹਦੇ ਵਿੱਚ ਕੀ ਲਿਖਿਆ ਹੈ। ਜੇ ਮੈਂ ਆਪ ਪੜ੍ਹਾਂਗਾ ਤਾਂ ਵਿਦਿਆਰਥੀਆਂ ਨੂੰ ਇਨਸਾਫ ਕਰਾਂਗਾ। ਇਸੇ ਗੱਲ ਨੂੰ ਲੈ ਕੇ ਜਦੋਂ ਮੈਂ ਪਤਾ ਕੀਤਾ ਤਾਂ ਲੱਗਾ ਕਿ ਸ਼ਾਹਮੁਖੀ ਨੂੰ ਸਿੱਖਣ ਦੀ ਬੜੀ ਜ਼ਰੂਰਤ ਹੈ। ਸ਼ਾਹਮੁਖੀ ਲਿਪੀ ਸਿੱਖਾਂਗਾ ਤੇ ਮੈਨੂੰ ਦੂਸਰੀਆਂ ਭਾਸ਼ਾਵਾਂ ਆਉਣਗੀਆਂ ਤਾਂ ਪਤਾ ਲੱਗੇਗਾ ਕਿ ਇਹਦੇ ਕੀ ਅਰਥ ਨੇ, ਮੈਂ ਫਿਰ ਹੀ ਵਿਦਿਆਰਥੀਆਂ ਨੂੰ ਇਨਸਾਫ ਕਰ ਸਕਾਂਗਾ। ਇਹ ਚੀਜ਼ ਨੇ ਮੈਨੂੰ ਉਰਦੂ ਵੱਲ ਪ੍ਰੇਰਿਆ। ਮੈਂ ਸ਼ਾਹਮੁਖੀ ਲਿਪੀ ਨੂੰ ਬਹੁਤ ਜਲਦੀ ਹੀ ਇੱਕ ਲਗਨ ਦੇ ਨਾਲ ਸਿੱਖਿਆ। ਅੱਜ ਮੈਂ ਉਸ ਲਿਪੀ ਨੂੰ ਪੰਜਾਬੀ ਦੇ ਵਿੱਚ ਜਦੋਂ ਦੇਖਦਾ ਤਾਂ ਮੈਨੂੰ ਲੱਗਦਾ ਕਿ ਸਾਡੀ ਭਾਸ਼ਾ ਦੇ ਵਿੱਚ ਬਹੁਤ ਸਾਰੇ ਅੱਖਰ ਜਿਹੜੇ ਨੇ ਅਰਬੀ, ਫਾਰਸੀ, ਹਿੰਦੀ ਦੇ ਹੈਗੇ ਨੇ, ਉਹ ਅੱਖਰ ਇੰਨੇ ਪ੍ਰਚਲਿਤ ਹੋ ਚੁੱਕੇ ਆ ਸਾਡੇ ਲਈ ਨਹੀਂ ਪੜ੍ਹਿਆ ਕਰਨਾ ਔਖਾ। ਤਾਂ ਉਰਦੂ ਸ਼ਾਹਮੁਖੀ ਦਾ ਜਿਹੜਾ ਗਿਆਨ ਆ ਇਹ ਮੈਨੂੰ ਭਾਸ਼ਾ ਨੂੰ ਸਹੀ ਬੋਲਣ, ਲਿਖਣ, ਪੜ੍ਹਨ ਵਾਲਾ ਬਹੁਤ ਮਦਦ ਕਰਦਾ। ਲੱਲੇ ਪੈਰ ਬਿੰਦੀ ਤਾਂ ਸਾਡੇ ਪੰਜਾਬੀ ਦਾ, ਇਸ ਤੋਂ ਪਹਿਲਾਂ ਵਾਲੇ ਜਿਹੜੇ ਅੱਖਰ ਨੇ ਸੱਸੇ ਪੈਰ ਬਿੰਦੀ, ਖੱਕੇ ਪੈਰ, ਗੱਗੇ ਪੈਰ, ਜੱਜੇ ਪੈਰ, ਖੱਕੇ ਪੈਰ, ਇਹ ਜਿਹੜੀਆਂ ਬਿੰਦੀਆਂ ਵਾਲੇ ਅੱਖਰ ਨੇ ਇਹ ਫਾਰਸੀ ਜਾਂ ਅਰਬੀ ਭਾਸ਼ਾ ਦੇ ਨੇ। ਇਹਨਾਂ ਨੂੰ ਉਚਾਰਨ ਕਿਵੇਂ ਕਰਨਾ ਤੇ ਲਿਖਣਾ ਕਿਵੇਂ ਆ, ਇਹਦੇ ਬਾਰੇ ਜੇ ਅਸੀਂ ਜਾਣਨਾ ਤਾਂ ਸਾਨੂੰ ਉਰਦੂ ਭਾਸ਼ਾ ਬੜੀ ਮਦਦ ਦਿੰਦੀ ਹੈ। ਇਸ ਕਰਕੇ ਮੈਂ ਉਰਦੂ ਭਾਸ਼ਾ ਨੂੰ ਸਿੱਖਿਆ ਅਤੇ ਹੁਣ WhatsApp ਗਰੁੱਪਾਂ 'ਤੇ ਮੇਰੇ ਤੋਂ ਹਜ਼ਾਰਾਂ ਲੋਕ ਸਿੱਖ ਗਏ ਨੇ ਅਤੇ ਸੈਂਕੜੇ ਹੁਣ 2-3 ਗਰੁੱਪ ਚੱਲਦੇ ਸਿੱਖ ਰਹੇ ਨੇ। ਲਗਾਤਾਰ ਇਹ ਕੰਮ ਚੱਲਦਾ ਵੀ ਰਹੇਗਾ ਤਾਂ ਕਿ ਅਸੀਂ ਆਪਣੀ ਭਾਸ਼ਾ ਦੀ ਸ਼ੁੱਧਤਾ ਅਤੇ ਮਿਆਰ ਨੂੰ ਕਾਇਮ ਰੱਖ ਸਕੀਏ। ਹਾਂ, ਤਾਂ ਜਸੋਖੀ ਸਾਹਿਬ ਵੀ ਸਾਡੇ ਤੁਸੀਂ ਦਰਸ਼ਕਾਂ ਨੂੰ, ਆਪਣੇ ਵਿਦਿਆਰਥੀ ਵਰਗ ਨੂੰ, ਸਾਡੇ ਅਧਿਆਪਕ ਸਾਥੀਆਂ ਨੂੰ ਕੋਈ ਸੁਨੇਹਾ ਦੇਣਾ ਚਾਹੋਗੇ? ਅੱਜ ਕੱਲ੍ਹ ਦਾ ਮਾਹੌਲ ਆਪਾਂ ਦੇਖ ਰਹੇ ਹਾਂ ਜੀ, ਬੜਾ ਤਕਨੀਕੀ ਯੁੱਗ ਆ, ਤੇਜ਼ੀ ਨਾਲ ਗੁਜ਼ਰ ਰਿਹਾ, ਸਮਾਂ ਬੜੀ ਤੇਜ਼ ਚੱਲ ਰਿਹਾ ਜੀ। ਇੱਥੇ ਚੱਲਦਿਆਂ ਹੋਇਆਂ ਹਰ ਭਾਸ਼ਾ ਨੂੰ ਦੂਜੀ ਭਾਸ਼ਾ ਤੋਂ ਖਤਰਾ ਹੀ ਮਹਿਸੂਸ ਹੋ ਰਿਹਾ। ਦੂਜੀਆਂ ਭਾਸ਼ਾਵਾਂ ਦੇ ਸ਼ਬਦ ਘੁਸਪੈਠ ਵੀ ਕਰ ਰਹੇ ਨੇ। ਸਾਨੂੰ ਸਾਰੀਆਂ ਭਾਸ਼ਾਵਾਂ ਦਾ ਸਨਮਾਨ ਕਰਨਾ ਚਾਹੀਦਾ। ਸਾਰੀਆਂ ਭਾਸ਼ਾਵਾਂ ਦੇ ਵਿੱਚੋਂ ਜਿਹੜੀਆਂ ਭਾਸ਼ਾਵਾਂ ਅੱਜ ਅੰਤਰਰਾਸ਼ਟਰੀ ਪੱਧਰ 'ਤੇ ਨੇ ਉਹਨਾਂ ਨੂੰ ਸਿੱਖਣ ਦੀ ਬੜੀ ਜ਼ਰੂਰਤ ਹੈ। ਉਹਨਾਂ ਨੂੰ ਸਿੱਖੀਏ, ਪਰ ਆਪਣੀ ਭਾਸ਼ਾ ਨੂੰ ਮਰਨ ਨਾ ਦੇਈਏ। ਮੈਂ ਵਿਦਿਆਰਥੀ ਵਰਗ ਨੂੰ, ਪਾਠਕ ਵਰਗ ਨੂੰ ਇਹ ਅਪੀਲ ਕਰਾਂਗਾ ਕਿ ਸਾਡੀ ਮਾਂ ਬੋਲੀ ਦੇ ਵਿੱਚ
ਸਾਰੀਆਂ ਧੁਨੀਆਂ ਨੇ ਜਿਹੜੀਆਂ ਹੋਰ ਕਿਸੇ ਵੀ ਭਾਸ਼ਾ ਦੇ ਵਿੱਚ ਨਹੀਂ ਹੈ। ਉਹ ਧੁਨੀਆਂ ਜਿਹੜੀਆਂ ਅਸੀਂ ਬੋਲ ਕੇ ਲਿਖ ਕੇ ਦੱਸ ਸਕਦੇ ਹਾਂ, ਆਪਣੇ ਮਨੋਭਾਵਾਂ ਨੂੰ ਪ੍ਰਗਟ ਕਰ ਸਕਦੇ ਹਾਂ। ਸੋ ਸਾਡੀ ਭਾਸ਼ਾ ਨੂੰ ਅਸੀਂ ਆਪ ਹੀ ਫਟਕਾਰ ਰਹੇ ਹਾਂ, ਪਿੱਛੇ ਸਿੱਟ ਰਹੇ ਹਾਂ। ਅਸੀਂ ਲੋੜ ਤੋਂ ਜ਼ਿਆਦਾ ਉਹਨਾਂ ਸ਼ਬਦਾਂ ਨੂੰ ਅੰਗਰੇਜ਼ੀ ਜਾਂ ਹਿੰਦੀ ਦੇ ਵਰਤ ਰਹੇ ਹਾਂ ਜਿਨ੍ਹਾਂ ਦਾ ਬਦਲ ਸਾਡੇ ਕੋਲ ਪੰਜਾਬੀ ਵਿੱਚ ਹੈ। ਸੋ ਕੋਸ਼ਿਸ਼ ਕਰੋ ਕਿ ਜਿੱਥੇ ਬੋਲਣ ਦੀ ਲੋੜ ਆ ਉੱਥੇ ਆਪਣੀ ਮਾਤ ਭਾਸ਼ਾ ਵਿੱਚ ਬੋਲੋ, ਮਾਤ ਭਾਸ਼ਾ ਨੂੰ ਪਿਆਰ ਕਰੋ, ਮਾਤ ਭਾਸ਼ਾ ਦਾ ਹੇਜ ਕਰੋ ਵੀ ਤੇ ਦੂਜਿਆਂ ਨੂੰ ਦਿਖਾਓ ਵੀ ਕਿ ਮੈਂ ਆਪਣੀ ਮਾਤ ਭਾਸ਼ਾ ਨਾਲ ਪਿਆਰ ਕਰਦਾ। ਪਰ ਜਿੱਥੇ ਸਾਨੂੰ ਦੂਜੀਆਂ ਭਾਸ਼ਾਵਾਂ ਦੇ ਸ਼ਬਦਾਂ ਦੀ ਲੋੜ ਆ ਬੇਝਿਜਕ ਉਹਨਾਂ ਨੂੰ ਵਰਤੋ, ਪਰ ਹਰ ਗੱਲ ਤੇ ਆਮ ਬੋਲਚਾਲ ਦੇ ਵਿੱਚ ਅਸੀਂ ਉਹਨਾਂ ਤੋਂ ਗੁਰੇਜ਼ ਕਰੀਏ। ਅਸੀਂ ਆਪਣੀ ਮਾਤ ਭਾਸ਼ਾ ਨੂੰ ਪਿਆਰ ਕਰੀਏ, ਪਹਿਲ ਦੇਈਏ ਤੇ ਦੂਜੀਆਂ ਭਾਸ਼ਾਵਾਂ ਦਾ ਸਤਿਕਾਰ ਕਰੀਏ। ਇਹ ਮੇਰੇ ਵਿਦਿਆਰਥੀਆਂ ਨੂੰ, ਸਰੋਤਿਆਂ ਨੂੰ, ਸਾਰਿਆਂ ਨੂੰ ਸੰਦੇਸ਼ ਹੈ ਕਿ ਆਓ ਆਪਾਂ ਆਪਣੀ ਮਾਤ ਭਾਸ਼ਾ ਨੂੰ ਫਿਰ ਉਸੇ ਬੁਲੰਦੀ ਤੇ ਲਿਜਾਈਏ ਜਿਹੜੀ ਗੁਰੂਆਂ ਪੀਰਾਂ ਦੇ ਵਿੱਚ ਸੀ। ਬਹੁਤ ਬਹੁਤ ਧੰਨਵਾਦ ਸੋਖੀ ਸਾਹਿਬ ਜੀ, ਤੁਸੀਂ ਸਾਨੂੰ ਆਪਣੇ ਰੂਬਰੂ ਹੋਣ ਦਾ ਮੌਕਾ ਦਿੱਤਾ ਤੇ ਅਸੀਂ ਦਰਸ਼ਕਾਂ ਦੇ ਰੂਬਰੂ ਤੁਹਾਨੂੰ ਪਾਇਆ। ਅੱਗੇ ਤੋਂ ਸਾਥੀਓ ਅਸੀਂ ਫਿਰ ਕਿਸੇ ਮਹਾਨ ਸ਼ਖਸੀਅਤ ਨੂੰ ਲੈ ਕੇ ਹਾਜ਼ਰ ਹੋਵਾਂਗੇ। ਸਾਨੂੰ ਆਗਿਆ ਦਿਓ। ਧੰਨਵਾਦ।